ਚੈਪਟਰ 14 ਦਾ ਨੈਕਸਟ ਟੌਪਿਕ ਆ ਗ੍ਰਾਫੀਕਲ ਰਿਪਰੈਜ਼ੈਂਟੇਸ਼ਨ ਆਫ ਡਾਟਾ। ਹੁਣ ਡਾਟੇ ਨੂੰ ਆਪਾਂ ਗ੍ਰਾਫਿਕਲੀ ਰਿਪਰੈਜ਼ੈਂਟ ਕਰਨਾ। ਪਹਿਲਾ ਮੈਥਡ ਆ ਬਾਰ ਗ੍ਰਾਫ ਰਾਹੀਂ, ਦੂਜਾ ਹਿਸਟੋਗ੍ਰਾਮ ਤੇ ਤੀਸਰਾ ਹੈ ਫ੍ਰੀਕੁਐਂਸੀ ਪੋਲੀਗਨ। ਲੋ ਪਹਿਲਾਂ ਆਪਾਂ ਬਾਰ ਗ੍ਰਾਫ ਦੇ ਕੁਐਸਚਨ ਕਰਾਂਗੇ। ਲੋ ਇਸ ਤੋਂ ਬਾਅਦ ਹੈ ਐਕਸਰਸਾਈਜ਼ 14.3। ਐਕਸਰਸਾਈਜ਼ 14.3 ਦਾ ਪਹਿਲਾ ਕੁਐਸਚਨ ਹੈ। ਇਹਦੇ ਵਿੱਚ ਨਾ ਕੁਝ ਗੱਲਾਂ ਜਰਾ ਨੋਟ ਕਰ ਲਓ ਪਹਿਲਾਂ। ਜਿਸ ਤਰ੍ਹਾਂ ਕਲਾਸ ਇੰਟਰਵਲ ਹੈ 140 ਤੇ 150 ਆ। ਕਲਾਸ ਮਾਰਕ ਕਿਹਨੂੰ ਕਹਿੰਦੇ ਆ? ਕਲਾਸ ਮਾਰਕ ਜਦੋਂ ਅਪਰ ਲਿਮਟ ਦੇ ਵਿੱਚ ਪਲੱਸ ਲੋਅਰ ਲਿਮਟ ਬਟਾ 2 ਕਰ ਦਈਏ, ਉਹ ਜਿਹੜੀ ਮਿਡ ਵੈਲਿਊ ਆਉਂਦੀ ਹੈ ਉਹਨੂੰ ਅਸੀਂ ਕਹਿੰਦੇ ਆ ਕਲਾਸ ਮਾਰਕ। ਇਹ ਜਦੋਂ ਫ੍ਰੀਕੁਐਂਸੀ ਪੋਲੀਗਨ ਡਰਾ ਕਰਾਂਗੇ, ਉਹਦਾ ਗ੍ਰਾਫ ਡਰਾ ਕਰਾਂਗੇ, ਉਦੋਂ ਇਹਦੀ ਜ਼ਰੂਰਤ ਪਏਗੀ। ਜਿੱਦਾਂ 140 ਤੇ 150 ਹੈ, ਇਹਦਾ ਕਲਾਸ ਮਾਰਕ ਕੱਢਣਾ, ਇਹਦਾ ਲੋਅਰ ਲਿਮਟ ਤੇ ਅਪਰ ਲਿਮਟ ਦੋਨਾਂ ਨੂੰ ਐਡ ਕਰ ਦਿਆਂਗੇ ਤੇ ਬਟਾ 2 ਕਰ ਦਿਆਂਗੇ ਤਾਂ ਉਹ ਆ ਜਾਏਗਾ ਕਲਾਸ ਮਾਰਕ। ਹੁਣ ਐਕਸਰਸਾਈਜ਼ 14.3 ਦਾ ਪਹਿਲਾ ਕੁਐਸਚਨ, ਰੀਪਰੋਡਕਟਿਵ ਹੈਲਥ ਕੰਡੀਸ਼ਨਸ, ਇਹਦੇ ਬਾਰੇ ਆ। ਦੇਖੀਏ ਕੀ ਲਿਖਿਆ। ਸਰਵੇ ਕੰਡਕਟਡ ਬਾय ਐਨ ਆਰਗੇਨਾਈਜੇਸ਼ਨ ਫॉर द ਕਾਜ਼ ਆਫ ਇਲਨੈਸ ਐਂਡ ਡੈਥ ਅਮੰਗ ਵੂਮਨ ਬਿਟਵੀਨ 15 ਤੋਂ 44 ਈਅਰਸ ਵਰਲਡ ਵਾਈਡ। ਕਿਹੜੇ ਕਾਰਨਾਂ ਕਰਕੇ ਡੈਥ ਹੋ ਜਾਂਦੀ ਹੈ? ਪਹਿਲਾਂ ਇਹਨੇ ਲਿਖਿਆ ਰੀਪਰੋਡਕਟਿਵ ਹੈਲਥ ਕੰਡੀਸ਼ਨਸ 31.8, ਨਿਊਰੋ ਸਾਈਕੈਟ੍ਰਿਕ ਕੰਡੀਸ਼ਨਸ 25.4, ਇੰਜਰੀਜ਼ 12.4, ਕਾਰਡੀਓਵੈਸਕੂਲਰ ਕੰਡੀਸ਼ਨ 4.3 ਅਤੇ ਰੈਸਪੀਰੇਟਰੀ ਕੰਡੀਸ਼ਨਸ 4.1 ਤੇ ਅਦਰ ਕਾਜ਼ਿਸ 22। ਇਹ ਪਰਸੈਂਟ ਦਿੱਤੀ ਹੈ ਫੀਮੇਲ ਫਰਟੈਲਿਟੀ ਰੇਟ ਦਾ। ਉਹ ਰਿਪਰੈਜ਼ੈਂਟ ਦਾ ਇਨਫੋਰਮੇਸ਼ਨ ਗਿਵਨ ਹੈ, ਇਹਨੂੰ ਗ੍ਰਾਫਿਕਲੀ ਰਿਪਰੈਜ਼ੈਂਟ ਕਰਨਾ, ਨਾਲ ਇਹ ਕਾਰਨ ਵੀ ਲੱਭਣਾ। ਵਿਚ ਕੰਡੀਸ਼ਨ ਇਜ਼ ਦਾ ਮੇਜਰ ਕਾਜ਼ ਆਫ ਵੂਮਨਸ ਇਲ ਹੈਲਥ ਐਂਡ ਡੈਥ ਵਰਲਡ ਵਾਈਡ। ਨਾਲ ਇਹਦੇ ਕਾਰਨ ਵੀ ਦੱਸਣੇ ਆ ਵੀ ਆਪਣੇ ਟੀਚਰ ਨਾਲ ਡਿਸਕਸ ਕਰਕੇ ਕੋਈ 2 ਫੈਕਟਰ ਲੱਭੋ ਵੀ ਕਿਹੜੇ ਇਹਦੇ ਮੇਨ ਕਾਰਨ ਹੈਗੇ ਨੇ ਇਹ ਜਿਹੜੀ ਡੈਥ ਹੋ ਜਾਂਦੀ ਹੈ। ਲੋ ਦੇਖੀਏ। ਹੁਣ ਗ੍ਰਾਫ ਬਣਾਉਣ ਤੋਂ ਪਹਿਲਾਂ ਜਰਾ ਧਿਆਨ ਨਾਲ ਦੇਖੀਏ ਇਹਨੂੰ ਆਪਾਂ ਕਿਸ ਤਰ੍ਹਾਂ ਗ੍ਰਾਫਿਕਲੀ ਰਿਪਰੈਜ਼ੈਂਟ ਕਰਨਾ। ਲੋ ਪਹਿਲਾਂ ਮੈਂ ਕੁਝ ਗੱਲਾਂ ਤੁਹਾਨੂੰ ਸਮਝਾਊਂਗਾ। ਲੋ ਪਹਿਲਾਂ ਗ੍ਰਾਫ ਦੇਖ ਲਈਏ ਕਿਸ ਤਰ੍ਹਾਂ ਬਣਦਾ। ਲੋ ਜਰਾ ਧਿਆਨ ਨਾਲ ਦੇਖੋ। ਲੋ ਸਭ ਤੋਂ ਪਹਿਲਾਂ ਆਪਾਂ ਐਕਸਿਸ ਖਿੱਚਦੇ ਹਾਂ। ਗ੍ਰਾਫ ਮੋਸਟਲੀ ਆਪਾਂ ਥੱਲੇ ਹੀ ਸ਼ੁਰੂ ਕਰਦੇ ਹਾਂ ਜੇ ਉੱਪਰ ਨੂੰ ਜਾ ਰਿਹਾ, ਕਿਉਂਕਿ ਗ੍ਰਾਫ ਉੱਪਰ ਹੀ ਜਾਏਗਾ। ਬਾਰ ਗ੍ਰਾਫ ਹੈ, ਇਹ 'ਚ ਬਾਰਸ ਬਣਨੀਆਂ ਨੇ। ਆਹ ਇੱਧਰ ਐਕਸ ਐਕਸਿਸ ਹੈ, ਇੱਧਰ ਵਾਈ ਐਕਸਿਸ ਹੈ। ਇੱਧਰ ਮੈਂ ਇਹਨੂੰ ਡਿਵਾਈਡ ਕੀਤਾ, ਇੱਧਰ ਲਿਖਤਾ ਕਾਜ਼ਿਸ, ਜਿਹੜੇ ਡੈਥ ਦੇ ਕਾਜ਼ਿਸ ਹੈਗੇ ਨੇ, ਜਿੱਦਾਂ ਰੀਪਰੋਡਕਟਿਵ ਹੈਲਥ ਕੰਡੀਸ਼ਨਸ ਨੇ, ਨਿਊਰੋ ਸਾਈਕੈਟ੍ਰਿਕ ਕੰਡੀਸ਼ਨਸ ਆ, ਉਹ ਇੱਧਰ ਰਿਪਰੈਜ਼ੈਂਟ ਕਰਾਂਗੇ। ਅਤੇ ਇੱਧਰ ਆਪਾਂ ਲਿਖਤੇ ਫੀਮੇਲ ਫਰਟੈਲਿਟੀ ਰੇਟ ਜਿਹੜਾ ਸਾਨੂੰ ਦਿੱਤਾ। ਹੁਣ ਇਹਦੇ ਜਿਹੜੇ ਖਾਨਿਆਂ ਦੀ ਜਿਹੜੀ ਮੈਂ ਡਿਸਟਰੀਬਿਊਸ਼ਨ ਕੀਤੀ ਆ 2 4 6 ਨਾਲ ਕੀਤੀ ਹੈ। ਜਿਹੜਾ ਪਹਿਲਾ ਸਕੁਏਅਰ ਆ ਪੂਰਾ ਵੱਡਾ 2 4 6 8 10 12 14 16 32 34 ਜਿੰਨੀਆਂ ਵੀ ਉਹਦੀਆਂ ਵੈਲਿਊਜ਼ ਹੈ ਮੈਕਸੀਮਮ ਉਹ ਦੇਖ ਲੈਂਦੇ ਹੁੰਦੇ ਆਪਾਂ। ਜਿੱਦਾਂ ਇੱਥੇ 31.8 ਤੱਕ ਹੈ ਤਾਂ ਮਤਲਬ 32 ਤੱਕ ਜ਼ਰੂਰਤ ਹੈ। ਅਗਰ 32 ਤੱਕ ਵੀ ਲਿਖ ਦਿਓਗੇ ਤਾਂ ਵੀ ਠੀਕ ਹੈ। 31.8 32 ਤੱਕ ਜਾਣੇ। ਹੁਣ ਦੇਖੋ ਇਹਨੂੰ ਸਮਝਣ ਦੀ ਜ਼ਰੂਰਤ ਹੈ ਵੀ ਇਹ ਨਿਸ਼ਾਨ ਆਪਾਂ ਕਿਸ ਤਰ੍ਹਾਂ ਲਗਾਉਣੇ। ਲੋ ਮੈਂ ਥੋੜ੍ਹਾ ਇਹਨੂੰ ਡਿਟੇਲ ਨਾਲ ਤੁਹਾਨੂੰ ਸਮਝਾ ਦਿਆਂ। ਉਹ ਦੇਖੀਏ ਕਿਸ ਤਰ੍ਹਾਂ। ਲੋ ਆਹ ਇੱਕ ਸਕੁਏਅਰ ਹੈ, ਜਿਸ ਤਰ੍ਹਾਂ ਆਹ ਸਕੁਏਅਰ ਹੈ, ਆਹ ਇੱਦਾਂ ਬਣਿਆ ਨਾ ਵਿੱਚ ਆਹ ਬਾਕਸ। ਇਹਦੇ ਵਿੱਚ ਛੋਟੇ ਸਮਾਲ ਕਿੰਨੇ ਸਕੁਏਅਰ ਨੇ ਤੁਸੀਂ ਦੇਖਿਆ ਹੋਣਾ? 10 ਨੇ। ਛੋਟੇ ਛੋਟੇ ਜਿਹੜੇ ਬਾਕਸਿਸ ਨੇ ਕਿੰਨੇ ਨੇ? 10। ਵੱਡੇ ਸਕੁਏਅਰ ਦੇ ਵਿੱਚ ਛੋਟੇ 10 ਸਕੁਏਅਰ ਆ। ਮੈਂ ਥੋੜ੍ਹਾ ਵੱਡਾ ਉਹਨੂੰ ਕਰਕੇ ਰਿਪਰੈਜ਼ੈਂਟ ਕਰ ਰਿਹਾ। ਇੱਦਾਂ ਨਿਸ਼ਾਨ ਲੱਗੇ ਹੁੰਦੇ 1 2 3 4 5 6 7 8 9 10। ਇਹ ਤਾਂ ਮਤਲਬ 10 ਸਕੁਏਅਰਸ ਇੱਧਰ ਨੇ, 10 ਇੱਧਰ ਨੇ, 100 ਸਕੁਏਅਰਸ ਹੋ ਗਏ ਇਹਦੇ ਵਿੱਚ ਛੋਟੇ। ਹੁਣ ਮੰਨ ਲਓ ਮੈਂ ਇੱਥੇ ਪੁਆਇੰਟ ਲਿਆ, ਦੇਖੋ ਜਰਾ ਧਿਆਨ ਨਾਲ, 0 ਤੋਂ 2। ਇਹਦਾ ਮਤਲਬ ਇੱਕ ਇੱਥੇ ਆ ਜਾਏਗਾ ਨਾ ਸੈਂਟਰ ਦੇ ਵਿੱਚ। ਇਹਦਾ ਮਤਲਬ ਜਿਹੜੇ ਮੈਂ 2 ਪੁਆਇੰਟ ਨੇ ਆ 2 1 2 0 ਤੋਂ ਲੈ ਕੇ 2 ਦੀ ਡਿਵੀਜ਼ਨ ਕਿੰਨਿਆਂ ਖਾਨਿਆਂ 'ਚ ਕੀਤੀ ਹੋਈ ਹੈ? ਕਿੰਨੇ ਸਮਾਲ ਸਕੁਏਅਰ ਦੇ ਵਿੱਚ ਕੀਤੀ ਹੈ? 10 ਦੇ ਵਿੱਚ। ਦੋਵਾਂ ਨੂੰ ਮੈਂ 10 ਸਕੁਏਅਰ ਦੇ ਵਿੱਚ ਵੰਡਿਆ। ਇੱਕ ਕਿਹਦੇ ਬਰਾਬਰ ਹੋ ਗਿਆ? 10/2। ਇਹਨੂੰ ਕੱਟ ਲਓ 5 ਸਕੁਏਅਰਸ ਦੇ ਬਰਾਬਰ ਹੋ ਗਿਆ। ਇਹਦਾ ਮਤਲਬ ਇੱਕ ਇੱਥੇ ਆ ਗਿਆ ਨਾ। ਹੁਣ ਇਹਨੂੰ ਅੱਗੇ ਫਿਰ ਆਪਾਂ ਵੰਡਣਾ 1.2 1.4 1.6 1.8 1.7 ਵੀ ਆ ਸਕਦਾ, 1.1 ਵੀ ਆ ਸਕਦਾ। ਜੇ ਮੈਂ 1.2 ਦਾ ਨਿਸ਼ਾਨ ਲਗਾਉਣਾ ਚਾਹੁੰਦਾ
तो मैं 5 स्क्वेयर नूं कितना गुणा करूँगा 1.2 नाल। इनू बाहरों 5 60 ते एक अंक छड्ड के डेसीमल आ तो किन्ने खाने बन गए 6 स्क्वेयर्स। 1 2 3 4 5 6 आ पॉइंट आ जाना 1.2। ये मैं इत्थे थोड़े लिख भी दिते हैं। जे मान लो मैं 1.1 लगाना चाहना 5 नूं 1.1 नाल मैं मल्टीप्लाई की आ गया 5.5 स्क्वेयर्स। ਇਹਦਾ मतलब 5 स्क्वेयर मैं कवर पहला करूँगा तो अगला स्क्वेयर अद्धा है। ਹੁਣ आ 5 स्क्वेयर 1 2 3 4 5 ਇੱਥੇ ਆ ਗਿਆ। ਹੁਣ ਇੱਥੇ ਆਏਗਾ ਪੁਆਇੰਟ ਇਹਦੇ ਆ ਦੋਨਾਂ स्क्वेयर ਆ ਜਿਹੜਾ स्क्वेयर ਨੇ ਦੇ ਸੈਂਟਰ ਦੇ ਵਿੱਚ मैं लगाऊंगा निशान इदा आ पॉइंट मेरा आएगा। बस आ पॉइंट याद रखना है। लो हुण देखते हैं आप मेन ग्राफ। लो पहली वैल्यू हैगी है रीप्रोडक्टिव हैल्थ कंडीशन 31.8। जो बार ग्राफ बनाना आप पहला एक कॉलम छड़ लाँगे इत्थे बननी बार आ नीचे दे विच इस खाने दे विच बार बनेगी आप एक खाना छड़ लिया। लो हुणे मैं दसदा पहला आप निशान लगा लीए ये बार कित्थों कितनी वैल्यू तक जानी हुण 30 है 31 ते 32 ये तो मतलब इत्थे आएगी 31 और 32 दे विच जानी कितनी वैल्यू है 31.8। लो देखो इत्थों ध्यान नाल आ 30 ते 32 हुण इहदे विच 10 कॉलम खाने हैगे ने 31 तो इत्थे हो गया 31.2 इत्थे आ गया 31.4 इत्थे आ जाना 31.6 इत्थे आ जाना तो 31.8 इत्थे आ जाना। मैं कहता मतलब 32 तो एक खाना छड्ड लो उपरों नीचे नूं। ਇਹਦਾ मतलब ਇੱਥੇ पॉइंट आ गया अपना आ वाला। लो इनू आपां मिला लैने आ स्केल दे नाल। लो देखो किस तरह लो इनू इत्थे स्केल दे नाल इदां मिला लो। लो आ पॉइंट मिल गया तो लो हुण इनू आपां पूरा इहदे नाल मिला लैने थल्ले तक। देख ही रहे होने तुसीं। लो आ बन गया ये आ गया निशान साडे कोल 31.8 का। बस थोड़ी समझण वाली गल है। ਇਹਦੇ ਵਿੱਚ लिख देंगे बाद च लिख देंगे रीप्रोडक्टिव हैल्थ कंडीशनस इदा लिख देंगे रीप्रोडक्टिव हैल्थ कंडीशनस बाद च भी लिख सकते हैं ग्राफ बनाने तो बाद भी। लो नैक्सट फिर एक आप छड़ देना खाना एक कॉलम पूरा ही छड़ देना तो इत्थों शुरू करांगे फिर इत्थों नैक्सट नीचों ही शुरू करांगे नीचों इत्थों शुरू करांगे। हुण है न्यूरोसाइकैट्रिक कंडीशन वो है ने 25.4। लो 25.4 देखिए मैं इत्थे पहला समझा देना तुहानूं 25 हुण मेरे को जिहड़ी वैल्यू हैगी वो किस तरह मैं 24 ते 26 दे विच आएगा। लो मैं इत्थे लिख देना 24 इत्थे लिख देना 26। हुण 25 किन्नी वैल्यू आप चैक कर लीए पहला 25.4 है। ਇਹਦਾ मतलब 25 तो इत्थे आ गया सेंटर च 25 आ गया। हुण 25.2 इत्थे आ गया 25.4 इत्थे आ गया आ पॉइंट आ गया। ਇਹਦਾ मतलब 25 तो अगे दो स्क्वेयर आप अगे जाना। लो देखिए कित्थे आ गई वैल्यू आ 25 आ 1 ते 2 आ सेंटर च आ गया ना 24 ते कित्थे आ 25 तो अगे दो खाने अगे गिन लो 1 ते 2 स्क्वेयर अगे गिन लो आ पॉइंट आ जाना। तो इनू आप लगा लो निशान इनू इहदे नाल मिला लैने। लो जरा साफ उपर वाला पॉइंट भी तुसीं स्केल नाल ही ड्रा कर लेना। लो ये विच लिख देना न्यूरोसाइकैट्रिक कंडीशनस ये बाद दे विच मैं लिख देना। अगे आ गए इंजरीज 12.4 12.4 ये उहदे नाल ही मैच करदा 12.4 ਇਹਦਾ मतलब 12 ਤੇ ਇੱਥੋਂ ਸਮਝ ਲਓ 12 ਤੇ 14 मैं जरा समझा देना ਤੁਹਾਨੂੰ। ਇੱਥੇ ਹੁਣ मैं ਕੱਟ के 12 कर देना ਇੱਥੇ ਹੈਗਾ 14 ਹੁਣ 12.4 है आ 12.2 हो गया आ 12.4 आ गया इत्थे आनी वैल्यू 12.4। हुण ਇਹਦਾ 12 तो अगे किन्ने खाने आ 1 ते 2 स्क्वेयर अगे चल पैणगे। लो देखिए कित्थे है आ 12 1 ते 2 आ पॉइंट आ गया आ। लो हुण इहनूं मिला दिए। लो इदां मिला दिओ एंड तक
बस आ पॉइंट इंपॉर्टेंट है ਜਿਹੜੀ ਆ ਸਕੇਲ 'ਚ ਆਪਾਂ ਡਿਵਾਈਡ ਕਰਦੇ ਹਾਂ। ਜੇ ਤਾਂ ਮੈਨੂੰ 1 2 3 4 ਨਾਲ ਡਿਵਾਈਡ ਕਰਦਾ ਤੇ ਬਾਹਰ ਨਿਕਲ ਜਾਣੇ ਸੀ ਪੁਆਇੰਟ ਸਾਰੇ ਹੀ, ਫਿਰ ਉਹ ਗ੍ਰਾਫ ਦੇ ਵਿੱਚ ਨਹੀਂ ਸੀ ਨਾ ਆਉਣਾ। ਇਹ ਜਿਹੜੇ ਆ ਵਾਈ ਐਕਸਿਸ ਤੇ ਜਿਹੜੇ ਆਪਾਂ ਪੁਆਇੰਟ ਲੈਂਦੇ ਆ ਜਾਂ ਐਕਸ ਐਕਸਿਸ ਤੇ ਲੈਂਦੇ ਆ ਪੁਆਇੰਟ, ਬਾਹਰ ਨਹੀਂ ਜਾਣੇ ਚਾਹੀਦੇ ਗ੍ਰਾਫ ਤੋਂ, ਤਾਂ ਹੀ ਉਹਦੀ ਪ੍ਰੋਪਰ ਗ੍ਰਾਫਿਕਲੀ ਰਿਪਰੈਜ਼ੈਂਟੇਸ਼ਨ ਹੋ ਸਕਦੀ ਹੈ। ਇਹ ਆ ਗਈ ਇੰਜਰੀਜ਼। ਹੁਣ ਆ ਗਿਆ ਵਾਰੀ ਕਾਰਡੀਓਵੈਸਕੂਲਰ ਕੰਡੀਸ਼ਨਸ ਦੀ। ਇਹਦਾ ਪੁਆਇੰਟ ਹੈਗਾ 4.3। तो मैं थोड़ा इधर कर लेना 4.3, थोड़ा तो नज़र भी आना चाहिए। इत्थे वैल्यू हैगी है 4.3। लो हुण इधर देखो 4.3 कित्थे आनी है। लो पहला इधरों समझ लीए, एक अच्छी तरह आप समझ लेना। 4 इत्थे हैगा 6, ये विच ही आएगी 4.3 है। 4.2 तो मेरे को है ਇੱਥੇ ਆ ਜਾਣਾ 4.3। ਇੱਥੇ 4.2 ਆ ਪਹਿਲੇ ਤੇ ਆ ਜਿਹੜਾ ਪਹਿਲਾ ਤੇ ਦੂਸਰਾ ਸਕੇਅਰ ਹੈ ਨਾ, ਇਹਦੇ ਵਿੱਚ ਇਹਦੀ ਵੈਲਿਊ ਆਣੀ ਇੱਥੇ, ਇਹਦੇ ਵਿੱਚ ਆਏਗੀ, ਕਿਉਂਕਿ 4.4 ਤਾਂ ਆ ਵਾ ਤੇ 4.3 ਇੱਥੇ ਆਏਗੀ ਵੈਲਿਊ। ਇੱਕ ਖਾਨਾ ਛੱਡ ਕੇ, ਜਿੱਥੇ 4 ਆ ਉੱਥੋਂ ਇੱਕ ਖਾਨਾ ਛੱਡ ਕੇ ਤੇ ਇਹਦੇ ਵਿੱਚ ਦੂਜੇ ਤੇ ਤੀਜੇ ਦੇ ਵਿਚਕਾਰ ਆਪਾਂ ਲਗਾ ਲੈਣਾ। ਇਹ ਹੁਣ ਅਪਰੋਕਸੀਮੇਟ ਹੀ ਲੱਗੇਗਾ, ਉਹਨਾਂ ਐਕੂਰੇਟ ਤਾਂ ਲੱਗ ਨਹੀਂ ਸਕਦਾ ਕਿਉਂਕਿ ज़्यादा ਬਰੀਕ है। तो इन्हों मिला दिओ दूसरे और तीसरे दे विच, क्योंकि उन्होंने पैन भी थोड़ा मोटा ही हुंदा, उन्नी एक्यूरेसी इत्थे लगाउणी जरा मुश्किल है। लो मैं लगा दिता निशान। लो ये बाद च लिख लैने हैं। ये आ गई वैल्यू कार्डियोवैस्कुलर कंडीशनस दी। हुण आ गया रेस्पिरेटरी कंडीशनस। ये 4.1। लो हुण देखिए 4.1 कित्थे आएगा। आ 4 है, आ 6 है। 4.2 तो इत्थे आ ते 4.1 इहदे विच आना। पहले खाने दे सेंटर दे विच 4 है, जिथे 4 कवर करके ਉਹਦੇ सेंटर दे विच। ਇਹਦਾ मतलब ये भी पहला ਜਿਹੜਾ ਇਹਦਾ ਸਕੁਏਅਰ ਆ 4 ਇੱਥੇ ਹੋ ਗਿਆ ਨਾ, ਇਹਦੇ सेंटर 'ਚ ਆਏਗਾ ਪਹਿਲੇ ਸਕੁਏਅਰ ਦੇ। ਆ ਜਿਹੜਾ ਇੱਥੇ ਇੱਕ ਤੇ ਦੂਜੇ ਇਹਦੇ ਵਿੱਚ ਪਹਿਲੇ ਦੇ ਵਿੱਚ ਹੀ ਆਣਾ ਹੈ। लो इनू मिला लो, क्योंकि 4.1 पहले स्केयर के उपर भी नहीं आना, पहला तो इत्थे हो जाता है ना। फिर देख लो एक बारी 4 है ना, 4.2 इत्थे है, 4.1 इत्थे है। आ पहला स्केयर है ना, ये सेंटर दे विच आना है। लो इहदी बारी भी खत्म। हुण आ गए अदर केसिस। अदर केसिस हैगे ने 22। आ 22 दिते हुए ने। लो देखिए हुण किस तरह ना 22 है तो सौखा ही, इत्थे सीधा ही निशान लग गया। 22 केसिस ने। लो ये नाल मिला दिए, एक खाना छड्ड लो। लो 22 इत्थे का, बाई तक लगाना सीगा, थोड़ा अगे चला गया। इत्थे मिला दिओ, उत्तों कट लिओ। तुसीं पेंसिल नाल ही काम करना सारा। इत्थे उत्ते पेंसिल नाल इहनूं कट लिओ। लो हुण लिखना ही है बस। तो मैं लिख देना। लो मैं ग्राफ दे विच सारा लिख दिता। आ लिखना जरूरी है। हॉरिजेंटल काजिज की है, फीमेल फर्टैलिटी रेट इन परसेंट, ये लिखना बहुत जरूरी है। एक्सिस ड्रा करने पहला काम, फिर असी बार ग्राफ ड्रा करते हैं। विच लिखना जरूरी है किहड़े रीजन है विच, जिदा रीप्रोडक्टिव हैल्थ कंडीशन है, न्यूरोसाइकैट्रिक कंडीशनस, इंजरीज, कार्डियोवैस्कुलर कंडीशनस, रेस्पिरेटरी कंडीशन, अदर काजिज। हुण इहदे च जिहड़ा सब तो ज़्यादा डैथ रेट है वो किहदे च है, रीप्रोडक्टिव हैल्थ कंडीशन दे विच ਉਹਦੇ 'ਚ ਡੈਥ ਰੇਟ, ਕਿਉਂਕਿ ਉਹਦਾ ਗ੍ਰਾਫ ਸਭ ਤੋਂ ਉੱਪਰ ਜਾਂਦਾ ਹੈ। ਮੈਕਸੀਮਮ ਡੈਥਸ ਰੀਪਰੋਡਕਟਿਵ ਹੈਲਥ ਕੰਡੀਸ਼ਨਸ ਕਰਕੇ ਹੋ ਜਾਂਦੀਆਂ ਨੇ। ਹੁਣ ਪਹਿਲਾ ਕਰੀਏ, ਵਿਚ ਕੰਡੀਸ਼ਨ ਇਜ਼ ਦਾ ਮੇਜਰ ਕਾਜ਼ ਆਫ ਵੂਮਨਸ ਇਲ ਹੈਲਥ ਐਂਡ ਡੈਥ ਵਰਲਡ ਵਾਈਡ। ਉਹ ਕਾਰਨ ਹੈਗਾ ਰੀਪਰੋਡਕਟਿਵ ਹੈਲਥ ਕੰਡੀਸ਼ਨ ਇਜ਼ ਦਾ ਮੇਜਰ ਕਾਜ਼ ਆਫ ਵੂਮਨਸ ਇਲ ਹੈਲਥ ਐਂਡ ਡੈਥ ਵਰਲਡ ਵਾਈਡ, ਕਿਉਂਕਿ ਉਹਦਾ ਗ੍ਰਾਫ ਸਭ ਤੋਂ ਹਾਇਰ ਹੈਗਾ। ਹੁਣ ਅੱਗੇ ਉਹਨੇ ਥਰਡ ਪਾਰਟ ਪੁੱਛਿਆ, ਟਰਾਈ ਟੂ ਫਾਈਂਡ ਆਊਟ ਵਿਦ ਦਾ ਹੈਲਪ ਆਫ ਯੂ ਟੂ ਐਨੀ ਟੂ ਫੈਕਟਰ ਵਿਚ ਪਲੇ ਅ ਮੇਜਰ ਰੋਲ ਇਨ ਦਾ ਕਾਜ਼। ਇਹ ਕੀ ਕਾਰਨ ਹੈ ਵੀ ਕਿਹੜੇ ਮੇਜਰ ਰੋਲ ਨੇ ਜਿਹਦੇ ਕਰਕੇ ਡੈਥਸ ਹੋ ਜਾਂਦੀਆਂ। ਪਹਿਲਾ ਤਾਂ ਹੈ ਲੈਕ ਆਫ ਮੈਡੀਕਲ ਫੈਸਿਲਿਟੀਜ਼, ਪਰਟੀਕੂਲਰ ਇਨ ਰੂਰਲ ਏਰੀਆ।
ਸ਼ਹਿਰਾਂ ਦੇ ਵਿੱਚ ਤਾਂ ਮੈਡੀਕਲ ਫੈਸਿਲਿਟੀ ਲਗਭਗ ਮਿਲ ਹੀ ਜਾਂਦੀ ਹੈ, ਲੇਕਿਨ ਪਿੰਡਾਂ ਦੇ ਵਿੱਚ ਜਾਂ ਗਾਉਂ ਦੇ ਵਿੱਚ ਇਹ ਫੈਸਿਲਿਟੀ ਨਹੀਂ ਮਿਲਦੀ। ਦੂਸਰਾ ਲੈਕ ਆਫ ਅਵੇਅਰਨੈਸ, ਬਹੁਤੀ ਜਾਗਰੂਕਤਾ ਨਹੀਂ ਰੀਪਰੋਡਕਟਿਵ ਹੈਲਥ ਬਾਰੇ, ਪ੍ਰਜਨਨ ਸਿੱਖਿਆ ਬਾਰੇ ਬਹੁਤੀ ਜਾਣਕਾਰੀ ਨਹੀਂ, ਜਿਹਦੇ ਕਰਕੇ ਵੀ ਡੈਥਸ ਹੋ ਜਾਂਦੀਆਂ ਨੇ। ਕਈ ਪਿੰਡ ਬਹੁਤ ਬੈਕਵਰਡ ਨੇ, ਜੇ ਕੋਈ ਪ੍ਰੋਬਲਮ ਆ ਜਾਂਦੀ ਆ ਰੀਪਰੋਡਕਟਿਵ ਸਿਸਟਮ ਦੇ ਵਿੱਚ ਤਾਂ ਲੇਡੀਜ਼ ਆਮ ਤੌਰ 'ਤੇ ਦੱਸਦੀਆਂ ਨਹੀਂ, ਉਹਦੇ ਕਰਕੇ ਵੀ ਫਿਰ ਉਹ ਬਿਮਾਰੀ ਅੱਗੇ ਤੋਂ ਅੱਗੇ ਫੈਲਦੀ ਜਾਂਦੀ ਹੈ, ਜਿਹਦੇ ਨਾਲ ਇਹ ਡੈਥਸ ਹੋ ਜਾਂਦੀਆਂ ਨੇ।